ਤੇ ਮੁਗਰ ਦਾ ਹੋਰ ਇਲਾਜ ਡਾਕਟਰੀ ਐਡਾ ਇਲਾਜ ਕੋਈ ਨਹੀਂ ਸਾਨੂੰ ਸਹੀ ਲੱਗਾ। ਲੱਗਣਾ ਗੁੜ ਗੰਨੇ ਨਾਲ ਸਾਡੇ ਜਦੋਂ ਵੀ ਕਿਧਰੇ ਆਇਆ ਨਾ 3 ਦਿਨ ਲਗਾਤਾਰ ਦਿੱਤੇ ਨੇ ਖਤਮ ਹੋ ਗਏ। ਠੀਕ ਹੋ ਗਿਆ। ਝੱਡਾ ਖਰਾਬ ਹੋਈਏ ਗੱਲ ਜੇ ਜਾਂ ਥਣ ਸੋਚ ਪੈ ਨਾ ਜਦੋਂ ਜ਼ਹਿਰ ਹੋ ਜਾਂਦਾ ਬਾਈਬਾਦੀ ਜ਼ਹਿਰ ਹੋ ਜਾਂਦਾ ਬਾਈਬਾਦੀ ਜ਼ਹਿਰ ਕਹਿੰਦੇ ਤੇ ਉਹਦੇ ਤੇ ਹਲਦੀ ਤੇ ਸਰੋਂ ਦਾ ਤੇਲ ਠੀਕ ਹੈ ਅੱਧ ਹਲਦੀ ਅੱਧਾ ਕਿਲੋ ਸਰੋਂ ਦਾ ਤੇਲ ਵਿੱਚ ਕਿਲੋ ਦੁੱਧ ਪਾ ਲਓ ਅੱਧਾ ਕਿਲੋ ਪਾ ਲਓ ਉਹ ਮਿਕਸ ਕਰਕੇ ਦਿਓ 3 ਡੰਗ 4 ਡੰਗ ਠੀਕ ਹੋ ਜਾਂਦਾ। ਸਾੜੂ ਦਾ ਤੇ ਇਲਾਜ ਜਿਹੜਾ ਦੇਸੀ ਇਲਾਜ ਨਾ ਸਾੜੂ ਦਾ ਤੇ ਤਾਰੇ ਮੀਰੇ ਦਾ ਤੇਲ ਦਹੀਂ 'ਚ ਪਾ ਕੇ ਦਿੰਦੇ ਆ। ਅੱਛਾ ਕਿੰਨਾ ਤੇ ਕਦੋਂ ਦੇਣਾ? ਉਹ ਤੇ ਜਿਹੜੇ ਨੁਕਸ ਹੋਏ ਤੇ ਉਸ ਲਈ ਦੇਈਦਾ ਸ਼ੁਰੂ ਸਟਾਰਟ ਦੇ ਤੇ ਸੂਣ ਵਾਲੀ ਮੱਝ ਹੋਏ ਨਾ ਤੇ ਪੂਛ ਲੱਦ ਰੱਖੇ ਨਾ ਇੱਥੇ ਅੱਛਾ ਤੇ ਕੱਟੀ ਦੇਗੀ, ਜੇ ਉਰਲੇ ਪਾਸੇ ਰੱਖੇ ਤੇ ਕਟਾ ਦੇਗੀ। ਯਾਨੀ ਇਹ ਤੁਸੀਂ ਅਜ਼ਮਾ ਚੁੱਕੇ ਹੋ? ਹਾਂਜੀ ਸੂਣ ਵਾਲੀ ਮੱਝ ਪੂਛ ਲੱਦ ਰੱਖਦੀ ਜਾਂ ਤੇ ਰੱਖਦੀ ਠੀਕ ਹੋ ਗਿਆ। ਜਿਹੜੀ ਆਲੂ ਸੂਣ ਵਾਲੀ ਉਹ ਸੈਂਟਰ 'ਚ ਰੱਖਦੀ ਸਹੀ ਹੋ ਗਿਆ। ਜਿਹੜੀ ਸੂਣ ਵਾਲੀ ਉਹ ਕਦੀ ਉੱਧਰ ਰੱਖੇਗੀ ਜਿੱਧਰ ਬੋਦੀ ਰੱਖੇਗੀ ਨਾ, ਜੇ ਉੱਧਰ ਰੱਖੇਗੀ ਬੋਦੀ ਤੇ ਕੱਟੀ ਦੇਗੀ, ਜੇ ਸੱਜੇ ਪਾਸੇ ਰੱਖੇਗੀ ਤਾਂ ਕੱਟਾ ਕਟਾ ਦੇਗੀ, ਖੱਬੇ ਪਾਸੇ ਰੱਖੇਗੀ ਕੱਟੀ ਖੱਬੇ ਪਾਸੇ ਰੱਖੀ ਤਾਂ ਕੱਟੀ ਦੇਗੀ। ਦੇਗੀ। ਉਹ ਨਹੀਂ ਮੈਂ ਜਿੰਨੀ ਵੀ ਜ਼ਮਾਇਆ ਨੇ ਉਹ ਕੰਮ ਹੋਇਆ ਕੱਟੀ ਕਟਾ। ਅੱਛਾ ਹਾਂ ਇਹ ਤੁਹਾਡਾ ਤਜਰਬਾ ਜਿਹੜਾ ਕਾਮਯਾਬ ਰਿਹਾ। ਇਹ ਕੰਮ ਹੈ। ਕੀ ਬਾਤ ਹੈ ਭਾਈ ਮੁਸਤਫਾ, ਕੀ ਬਾਤ। ਅੱਛਾ ਅੱਡੀ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਅੱਡੀ ਜਿੰਨੀ ਵੀ ਹੋਏ ਬਰੀਕ ਹੋਣੀ ਚਾਹੀਦੀ ਹੈ। ਐੜੀਆਂ ਹੱਡੀਆਂ ਬਰੀਕ ਹੋਣ, ਜਿੰਨੀਆਂ ਬਰੀਕ ਹੋਣਗੀਆਂ ਉਹਨਾਂ ਦੁੱਧ ਜ਼ਿਆਦਾ ਦਿੰਦੀ। ਠੀਕ ਹੈ। ਤੇ ਪੁੱਠਾ ਵੀ ਜਰਾ ਦੱਸਿਓ ਕਿ ਪੁੱਠ ਜਿਹੜੀ ਹੈ ਜਿੰਨਾ ਚੂੜਾ ਹੋਏਗਾ ਨਾ ਉਨੀ ਦੁੱਧ ਜ਼ਿਆਦਾ ਦੇਗੀ। ਠੀਕ ਜਿਹੜਾ ਹੈ ਚੂੜਾ ਕੁੱਟਿਆ ਨਹੀਂ ਸਹੀ ਹੋ ਗਿਆ। 11.5 12 ਸਿਰੇ ਟਾਈਮ ਦਾ ਦਿੰਦੀ ਸੀ। ਠੀਕ ਹੈ 22 ਕਿਲੋ ਦੁੱਧ ਦਿੰਦੀ ਹੈ ਜਿਹੜਾ ਸੁਣਦੀ। ਜਦੋਂ ਸੌਂਦੀ ਹੈ ਹਾਂ ਸੱਜਰੀ ਜਦੋਂ ਹੁੰਦੀ ਹੈ ਠੀਕ ਹੈ। ਇਹ ਟਾਈਮ ਦਾ 10 ਕਿਲੋ ਇਹ ਦਿੰਦੀ ਹੈ 20-22 ਕਿਲੋ ਤੇ 20 ਕਿਲੋ ਇਹ ਦਿੰਦੀ ਹੈ 10 ਕਿਲੋ ਇਹ ਟਾਈਮ ਦਾ। ਠੀਕ ਹੋ ਗਿਆ। ਵਾਲੇਕੁਮ ਸਲਾਮ। ਭਾਈਜਾਨ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਗੁਲਾਮ ਮੁਜਤਬਾ। ਗੁਲਾਮ ਮੁਜਤਬਾ। ਹਾਂਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰਾਂ ਦਾ ਕੰਮ ਕਰਦੇ ਆ? ਮੈਨੂੰ ਕੋਈ ਹੋ ਗਏ 18 ਕੇ ਸਾਲ ਹੋ ਗਏ। 18 ਕੁ ਸਾਲ ਹੋ ਗਏ। ਹਾਂਜੀ। ਉਸ ਤੋਂ ਪਹਿਲੇ ਕੀ ਕਰਦੇ ਹੋ? ਪਹਿਲੇ ਬਾਹਰ ਹੁੰਦਾ ਹੈ। ਬਾਹਰ ਹੁੰਦੇ ਹੋ ਤੇ ਬਾਹਰੋਂ ਕਿਉਂ ਛੱਡ ਕੇ ਆ ਗਏ ਹੋ? ਬਸ ਆਪਣਾ ਮੁਲਕ ਆਪਣੇ ਹੁੰਦਾ, ਆਪਣਾ ਮੁਲਕ ਆਪਣਾ ਹੁੰਦਾ, ਯਾਨੀ ਤੁਸੀਂ ਸਮਝਿਆ ਕਿ ਬਾਹਰ ਨਾਲੋਂ ਇਹ ਕੰਮ ਠੀਕ ਹੈ। ਇਹ ਕੰਮ ਠੀਕ ਹੈ। ਸਹੀ ਹੈ। ਅੱਛਾ ਭਾਈਜਾਨ ਸਾਨੂੰ ਕੁਝ ਦੇਸੀ ਇਲਾਜ ਜਿਹੜੇ ਤੁਹਾਡੇ ਕੋਲ ਅਹਮ ਦੇਸੀ ਇਲਾਜ ਨੇ ਉਹਨਾਂ ਦੇ ਬਾਰੇ ਦੱਸਣਾ ਜੇ। ਇੱਕ ਤੇ ਮੋਕਰ ਦੇ ਬਾਰੇ ਦੱਸਿਓ ਕਿ ਮੋਕਰ ਦਾ ਜਿਹੜਾ ਮੈਡੀਸਨ ਲਈ ਜਾਂਦੀ ਉਹ ਵੀ ਤੇ ਦੇਸੀ ਇਲਾਜ ਵੀ। ਮੈਡੀਸਨ ਵੀ ਹੈ ਮੋਕਰ ਦੀ, ਲੇਕਿਨ ਦੇਸੀ ਇਲਾਜ ਦਾ ਗੁੜ ਗੰਢਾ ਹੀ ਹੈ। ਅੱਛਾ ਗੰਢੇ ਕੁੱਟ ਕੇ ਗੁੜ ਵਿੱਚ ਅੱਧਾ ਕਿਲੋ ਗੰਢੇ ਕੁੱਟ ਕੇ 3 ਡੰਗ ਦਿਓ ਜਾਂ 4 ਡੰਗ ਦਿਓ ਠੀਕ ਹੈ। ਤੇ ਮਾਲ ਨੂੰ ਸੈੱਟ ਹੋ ਜਾਂਦਾ। ਹੁਣ ਇਹ ਜਰਾ ਵਾਜ਼ੇ ਕਰਿਓ ਕਿ ਅੱਧਾ ਕਿਲੋ ਗੁੜ ਹੋਏ ਅੱਧਾ ਕਿਲੋ ਗੰਢੇ ਹੋਣ। ਆਹ ਕੁੱਟ ਕੇ ਨਾ ਉਹਨਾਂ ਦੋਵਾਂ ਨੂੰ ਮਿਕਸ ਕਰ ਲੈਣਾ ਹਾਂ ਕੁੱਟ ਕੇ ਉਹ ਤੇ ਦੇ ਇਹ ਕਿਲੋ ਬਣ ਗਿਆ ਦੋਏ ਚੀਜ਼ਾਂ। ਕਿਲੋ ਬਣ ਗਏ। ਤੇ ਇਹਨਾਂ ਦੀਆਂ ਪਿੰਨੀਆਂ ਬਣਾ ਕੇ ਦੇਣੀਆਂ। ਪਿੰਨੀਆਂ ਬਣਾ ਕੇ ਨਾ ਤੇ ਮੈਂ 3 ਦਿਨ ਦੇਣਾ, 3 ਦਿਨ ਦੇਣਾ 3 ਜਾਂ 4 ਦਿਨ ਦੇਣਾ ਤੇ ਮਾਲ ਠੀਕ। ਯਾਨੀ ਇਹ ਕਿਲੋ ਸਮਾਨ ਦੇ 3 ਡੰਗ ਕਰ ਲੈਣਾ। ਨਹੀਂ ਰੋਜ਼ ਕਿਲੋ ਕੱਢ ਲੈਣਾ। ਅੱਛਾ ਰੋਜ਼ ਹਾਂ ਰੋਜ਼ ਠੀਕ ਹੋ ਅੱਧਾ ਕਿਲੋ ਗੰਢੇ ਇੱਕ ਡੰਗਰ ਦੀ ਖੁਰਾਕ। ਇੱਕ ਡੰਗਰ ਦੀ ਖੁਰਾਕ ਹੈ ਠੀਕ ਹੈ। ਯਾਨੀ ਅੱਧਾ ਕਿਲੋ ਗੰਢੇ ਤੇ ਅੱਧਾ ਕਿਲੋ ਗੁੜ ਇੱਕ ਡੰਗਰ ਦੀ ਖੁਰਾਕ। ਇੱਕ ਡੰਗਰ ਦੀ ਖੁਰਾਕ ਜਿਹਨੂੰ ਵੀ ਮੂੰਹ ਕਰੋਏ ਉਹਨੂੰ ਤੁਸੀਂ 3 ਦਿਨ ਲਗਾਤਾਰ ਇਹ ਜਿਹੜੀ 1 ਕਿਲੋ ਬਣਾ ਕੇ ਚੀਜ਼ ਉਹ ਖਵਾਣੀ ਹੈ। ਇਹ 1 ਕਿਲੋ ਬਣਾ ਕੇ ਤੇ ਉਹਦੀ ਪਿੰਨੀ ਜੀ ਬਣ ਜਾਏਗੀ। ਆਹ ਉਹਦੀਆਂ ਪਿੰਨੀਆਂ ਬਣਾ ਲਓ, ਕੁੱਟ ਕੇ ਨਾ ਉਹਨੂੰ ਪਿੰਨੀਆਂ ਬਣਾ ਲਓ ਮੱਝ ਦੇ। ਤੇ ਉਹਦਾ ਕੀ ਫਾਇਦਾ ਹੋਏਗਾ? ਉਹਦਾ ਫਾਇਦਾ ਕਿ ਮੱਝ ਦੇ ਅੰਦਰੋਂ ਬੁਖਾਰ ਮੋਹਰ ਖਤਮ ਹੋ ਜਾਏਗਾ। ਅੱਛਾ ਬੁਖਾਰ ਵੀ ਖਤਮ ਹੋਏਗਾ। ਬੁਖਾਰ ਵੀ ਖਤਮ ਹੋਏਗਾ। ਗੰਢਾ ਬੁਖਾਰ ਤੇ ਮੁਗਰ ਤੇ ਗੁੜ ਜਿਹੜਾ ਬੁਖਾਰ ਹੈ ਨਾ ਖਤਮ ਕਰ ਦਿੰਦਾ ਉਹਨੂੰ। ਬਿਲਕੁਲ ਐਸਾ ਹੀ ਹੈ। ਤੇ ਮੁਗਰ ਦਾ ਹੋਰ ਇਲਾਜ ਡਾਕਟਰੀ ਐਡਾ ਇਲਾਜ ਕੋਈ ਨਹੀਂ ਸਾਨੂੰ ਸਹੀ ਲੱਗਾ। ਲੱਗਣਾ ਗੁੜ ਗੰਢੇ ਨਾਲ ਸਾਡੇ ਜਦੋਂ ਵੀ ਕਿਧਰੇ ਆਇਆ ਨਾ 3 ਦਿਨ ਲਗਾਤਾਰ ਦਿੱਤੇ ਨੇ ਖਤਮ ਹੋ ਗਏ। ਠੀਕ ਹੋ ਗਿਆ। ਤੇ ਅੱਛਾ ਇਹ ਵੀ ਦੱਸਿਓ ਕਿ ਇਹ ਕਦੋਂ ਦੇਣਾ, ਸਵੇਰ ਦੇਣਾ ਜਾਂ ਸ਼ਾਮ ਨੂੰ ਦੇਣਾ? ਇਹ ਮਤਲਬ ਜਿਸ ਟਾਈਮ ਪੱਠੇ ਪਾ ਲੈਣੇ ਮਾਲ ਪੱਠਿਆਂ ਤੋਂ ਪਿੱਛੇ ਬੰਨਣਾ ਇਹ ਦੇ ਕੇ ਫਿਰ 5-4 ਘੰਟੇ ਪੱਠੇ ਨਹੀਂ ਪਾਣੇ ਪਿੱਛੇ ਬੰਨ੍ਹਣੇ। ਅੱਛਾ ਯਾਨੀ ਅਗਰ ਸਵੇਰ ਵੀ ਤੁਸੀਂ ਪਾਉਂਦੇ ਹੋ? ਨਹੀਂ ਅਗਰ ਸਵੇਰ ਦਿੰਦੇ ਹੋ ਫਿਰ ਮਾਲ ਨੂੰ 3-4 ਘੰਟੇ ਦੇ ਕੇ ਪਿੱਛੇ ਬੰਨ੍ਹ ਛੱਡਣਾ। ਠੀਕ ਹੈ ਪੱਠਾ ਨਹੀਂ ਉਹਨੂੰ ਪਾਣਾ। ਸਹੀ ਹੈ। ਤੇ ਜ਼ਿਆਦਾ ਬਿਹਤਰ ਹੁੰਦਾ ਸ਼ਾਮ ਦੇ ਟਾਈਮ ਚੋਇਆ ਤੇ ਸ਼ਾਮੀ ਦਿੱਤਾ ਤੇ ਪੱਠਿਆਂ ਤੋਂ ਪਿੱਛੇ ਬੰਨ੍ਹ ਛੱਡਿਆ। ਫਿਰ ਉਹ ਗਲੀ ਜਲੀ ਰਾਤੀ ਕਰਦਾ ਡੰਗਰ ਉਹ ਫਿਰ ਅਸਰ ਹੁੰਦਾ ਨੁਕਸੇ। ਇਹ ਜਦੋਂ ਜਾਨਵਰ ਨੂੰ ਪੱਠੇ ਪਾ ਲੈਣੇ ਨੇ ਉਹਦੇ ਬਾਅਦ 1 ਘੰਟੇ ਬਾਅਦ ਦੇਣਾ ਜਾਂ 2 ਘੰਟੇ ਬਾਅਦ? ਮੈਂ ਜਿਹੜੇ ਪੱਠੇ ਜਿਹੜੇ ਖਿਲਾ ਲੈਣੇ ਉਸ ਟਾਈਮ ਹੀ ਪਿੱਛੇ ਕਰਕੇ ਉਹਨੂੰ ਦੇ ਉਸ ਟਾਈਮ ਦੇ ਕੇ ਦਿਓ। ਆਹ ਸਾਈਡ ਦੇ ਕਰ ਦਿਓ। ਉਹਦੇ ਬਾਅਦ ਫਿਰ ਪੱਠੇ ਨਹੀਂ ਦੇਣੇ? ਆ ਫਿਰ ਉਸ ਤੋਂ ਬਾਅਦ ਪੱਠੇ 3-4 ਘੰਟੇ 5 ਪੱਠੇ ਨਹੀਂ ਦੇਣੇ। ਠੀਕ ਹੈ। ਤੇ ਇਹ ਤੁਹਾਡੀ ਨਜ਼ਰ ਵਿੱਚ ਤੁਹਾਡੇ ਤਜਰਬੇ 'ਚ ਗੱਲ ਆਈ ਹੈ? ਇਹ ਸਾਡੇ ਤਜਰਬੇ ਦੀ ਗੱਲ ਹੈ। ਜ਼ਬਰਦਸਤ ਠੀਕ ਹੋ ਗਿਆ। ਇਸ ਤੋਂ ਇਲਾਵਾ ਤੁਸੀਂ ਦੱਸ ਰਹੇ ਹੋ ਕਿ ਝੱਡਾ ਖਰਾਬ ਹੋਈਏ ਗੱਲ ਜੇ ਜਾਂ ਥਣ ਸੋਚ ਪੈ ਨਾ ਜਦੋਂ ਜ਼ਹਿਰ ਹੋ ਜਾਂਦਾ ਬਾਈਬਾਦੀ ਜ਼ਹਿਰ ਹੋ ਜਾਂਦਾ ਬਾਈਬਾਦੀ ਜ਼ਹਿਰ ਕਹਿੰਦੇ ਤੇ ਉਹਦੇ ਤੇ ਹਲਦੀ ਤੇ ਸਰੋਂ ਦਾ ਤੇਲ ਠੀਕ ਹੈ ਅੱਧ ਹਲਦੀ ਅੱਧਾ ਕਿਲੋ ਸਰੋਂ ਦਾ ਤੇਲ ਵਿੱਚ ਕਿਲੋ ਦੁੱਧ ਪਾ ਲਓ ਅੱਧਾ ਕਿਲੋ ਪਾ ਲਓ ਉਹ ਮਿਕਸ ਕਰਕੇ ਦਿਓ
3 ਡੰਗ 4 ਡੰਗ ਠੀਕ ਹੋ ਜਾਂਦੇ। ਅੱਧਾ ਕਿਲੋ ਇਹਦਾ ਵਾਜ਼ੇ ਕਰਿਓ ਤਾਂ ਕਿ ਸਾਰੀ ਚੀਜ਼ਾਂ ਪੂਰੀਆਂ ਹੀ ਉਹ ਸਮਝ ਆਈਏ। ਅੱਧਾ ਕਿਲੋ ਸਰੋਂ ਦਾ ਤੇਲ, ਅੱਧਾ ਕਿਲੋ ਸਰੋਂ ਦਾ ਤੇਲ, ਅੱਧ ਭਾਲਦੀ ਅੱਧ ਪਾਲਦੀ ਤੇ ਵਿੱਚ ਕਿਲੋ ਅੱਧਾ ਕਿਲੋ ਦੁੱਧ ਪਾ ਲਓ ਗਾਂ ਦੁੱਧ ਪਾ ਲਓ ਗਾਂ ਦਾ। ਹਾਂਜੀ ਠੀਕ ਹੈ। ਉਹ ਮਿਕਸ ਕਰਕੇ ਡੰਗਰ ਨੂੰ ਦੇ ਦਿਓ। ਉਹਦਾ ਜਿਹੜਾ ਚੱਡਾਂ ਦਾ ਜ਼ਹਿਰ 3 ਦਿਨ ਦਿਓਗੇ ਜ਼ਹਿਰ ਖਤਮ ਹੋ ਜਾਏਗਾ। ਤੇ ਇਹ 3 ਦਿਨ ਐਨੀ ਮਿਕਦਾਰ ਚ ਚੀਜ਼ਾਂ ਐਨੀ ਮਿਕਦਾਰ ਚ ਦੇਣਾ। ਮੈਂ 1.5 ਕਿਲੋ ਤੇਲ ਬਣ ਜਾਣਾ ਤਿੰਨਾਂ ਦਿਨਾਂ 'ਚ ਠੀਕ ਹੋ ਗਿਆ। ਤੇ ਕੋਈ 1.5 ਭਾਲਦੀ ਬਣ ਜਾਣੀ। ਇਹਦਾ ਵੀ ਕੋਈ ਪਿੰਨੀਆਂ ਵਗੈਰਾ ਬਣ ਜਾਏਗਾ ਜਾਂ ਨਾਲ? ਨਹੀਂ, ਇਹਨੂੰ ਬਾਲਟੀ 'ਚ ਸੁੱਟ ਕੇ ਨਾ ਦੁੱਧ ਠੀਕ ਹੈ। ਉਤੋਂ ਅੱਧ ਭਾਲਦੀ ਸੁੱਟ ਕੇ ਅੱਧਾ ਕਿਲੋ ਤੇਲ ਸੁੱਟ ਕੇ ਉਹਨੂੰ ਹੱਥ ਨਾਲ ਮਿਕਸ ਕਰਕੇ ਉਹ ਨਾਲ ਦੇ ਦਿਓ। ਜ਼ਬਰਦਸਤ। ਇਹ ਪੀਸੀ ਕੱਚੀ ਪੀਸੀ ਹਲਦੀ ਜਿਹੜੀ। ਅੱਛਾ, ਕੱਚੀ ਜਿਹੜੀ ਪੀਸੀ ਹੈ। ਹਾਂ, ਕੱਚੀ ਪੀਸੀ। ਮੈਂ ਪੁੱਛ ਰਿਹਾ ਹਾਂ ਕਿ ਇਹ ਵੀ ਤੁਹਾਡੇ ਤਜਰਬੇ ਦੀ ਗੱਲ ਇਹ ਹੈ? ਵੀ ਤਜਰਬੇ ਦੀ ਗੱਲ ਆ ਜੀ ਕਿ ਜਿਹੜਾ ਚੱਡਿਆਂ ਦਾ ਜ਼ਹਿਰ ਥਣ ਜਿਹੜਾ ਇਹਦੇ ਨਾਲ ਬੜੀ ਜਲਦੀ ਠੀਕ ਹੁੰਦਾ। ਤੇ ਇੱਕ ਕਹਿੰਦੇ ਨੇ ਥਣ ਨੂੰ ਸਾੜੂ ਹੋ ਜਾਂਦਾ ਹੈ, ਉਹਦਾ ਕੀ ਇਲਾਜ ਹੈ? ਸਾੜੂ ਦਾ ਤਾਂ ਇਲਾਜ ਜਿਹੜਾ ਦੇਸੀ ਇਲਾਜ ਹੈ ਨਾ ਸਾੜੂ ਦਾ, ਤੇ ਤਾਰੇ ਮੀਰੇ ਦਾ ਤੇਲ ਦਹੀਂ 'ਚ ਪਾ ਕੇ ਦਿੰਦੇ ਆ। ਅੱਛਾ, ਕਿੰਨਾ ਕਿੰਨਾ ਤੇ ਕਦੋਂ ਦੇਣਾ ਹੈ? ਉਹ ਤੇ ਜਿਹੜੇ ਨੁਕਸ ਹੋਏ ਤਾਂ ਉਸ ਲਈ ਦੇਈਦਾ ਸ਼ੁਰੂ ਸਟਾਰਟ ਦੇ ਤੇ ਅੱਧਾ ਕਿਲੋ ਸਰੋਂ ਦਾ ਤੇਲ, ਅੱਧਾ ਕਿਲੋ ਸਰੋਂ ਦਾ ਤੇਲ, ਅੱਧ ਭਾਲਦੀ ਅੱਧ ਪਾਲਦੀ ਤੇ ਦੁੱਧ ਵਿੱਚ ਕਿਲੋ ਪਾ ਲਓ ਗਾਂ ਕਿਲੋ ਦੁੱਧ ਗਾਂ ਦਾ ਹੋ ਗਿਆ। ਠੀਕ ਹੋ ਗਿਆ। ਇਹਨੂੰ ਮਿਕਸ ਕਰ ਲੈਣਾ। ਇਹਨੂੰ ਮਿਕਸ ਕਰਕੇ ਤੇ ਉਹ ਨਾਲ ਨੂੰ ਸਾਰਾ ਦੇ ਦੇਣਾ। ਠੀਕ ਹੈ। ਇਹ ਕਿਹੜੇ ਟਾਈਮ ਦੇਣਾ? ਇਹ ਸ਼ਾਮ ਦੇ ਟਾਈਮ ਜਿਹੜੇ ਪੱਠੇ ਜਿਹੜੇ ਪਾ ਲੈਣੇ ਨਾ, ਠੀਕ ਹੈ। ਉਸ ਤੋਂ ਬਾਅਦ ਦੇ ਕੇ ਫਿਰ ਬੰਦ ਨੇ ਡੰਗਰ ਨੂੰ। ਫਿਰ ਪੱਠਿਆਂ ਦੇ ਨਹੀਂ ਬੰਨਣਾ, ਪੱਠੇ ਸਵੇਰੇ ਖਵਾਉਣੇ। ਸਹੀ ਹੋ ਗਿਆ। ਤੇ ਇਹ 3 ਦਿਨ ਲਗਾਤਾਰ ਅਮਲ 3 ਦਿਨ ਲਗਾਤਾਰ ਕਰਨਾ ਤੇ ਥਾਣਾ ਚੱਡਿਆਂ ਦੀ ਸੋਜ ਥਾਣੇ 'ਚ ਜਿਹੜਾ ਜ਼ਹਿਰ ਗਿਲਟੀਆਂ ਬੰਦੀਆਂ ਖਤਮ ਹੋ ਜਾਣੀਆਂ। ਸਹੀ ਹੋ ਗਿਆ। ਤੇ ਜਿਹੜਾ ਇਹ ਮਟੀਰੀਅਲ ਦੱਸਿਆ ਜੀ ਇੱਕ ਜਾਨਵਰ ਦਾ ਦੱਸਿਆ? 1 ਜਨਵਰੀ। ਠੀਕ ਹੋ ਗਿਆ। ਯਾਨੀ ਅਗਰ ਜਾਨਵਰ 2-3 ਨੇ ਤੇ ਉਸ ਉਹ ਫਿਰ ਉਸ ਹਿਸਾਬ ਹਿਸਾਬ ਨਾਲ ਨਾਲ ਵਧਾ ਲਿਆ। ਮਕਦਾਰ ਵਧਾ। ਅੱਛਾ, ਤੇ ਇੱਕ ਉਹ ਕਹਿੰਦੇ ਨੇ ਕਿ ਚੰਦਰੀ ਜੀ ਹੋਈ ਜਾਂਦੀ ਹੈ, ਉਹਦਾ ਵੀ ਇਹੀ ਇਲਾਜ ਹੈ? ਚੰਦਰੀ ਜ਼ਹਿਰ ਦਾ ਇਹੋ ਇਲਾਜ। ਚੰਦਰੀ ਜ਼ਹਿਰ ਦਾ ਇਹੀ ਚੰਦਰੀ ਜ਼ਹਿਰ ਦਾ ਇਲਾਜ। ਠੀਕ ਹੋ ਗਿਆ। ਇਹ ਦੱਸਣਾ ਜੇ ਕਿ ਜਿਹੜਾ ਗਲਗੋਟੂ ਹੈ ਉਹਦੀ ਵੈਕਸੀਨੇਸ਼ਨ ਕਦੋਂ ਕਰਵਾਉਂਦੇ ਹੋ? ਉਹ ਸਾਲ 'ਚ ਕਰੀ ਹੁੰਦੀ ਹੈ। ਅਸੀਂ ਕਰੀ ਕਰਾਉਂਦੇ ਹਾਂ ਅਸੀਂ ਤਕਰੀਬਨ। ਠੀਕ ਹੋ ਗਿਆ। ਸਾਲ 'ਚ ਇੱਕ ਵਾਰੀ ਦੀ ਵੈਕਸੀਨੇਸ਼ਨ ਕਰਾ ਛੱਡਦੇ ਫਿਰ ਗਲਗੋਟੂ ਨਹੀਂ ਹੁੰਦਾ? ਫਿਰ ਨਹੀਂ ਹੁੰਦਾ। ਹੋਰ ਕਿਹੜੀ ਅਹਿਮ ਬਿਮਾਰੀ ਹੈ ਜਿਹੜੀ ਡੰਗਰਾਂ ਨੂੰ ਲੱਗਦੀ ਹੈ ਔਰ ਤੁਸੀਂ ਉਹਦਾ? 2 ਹੀ ਅਹਿਮ ਬਿਮਾਰੀਆਂ ਹੁੰਦੀਆਂ ਨੇ, ਇੱਕ ਮੋਕੜ ਦੀ ਹੁੰਦੀ ਹੈ, ਇੱਕ ਗਲਘੋਟੂ ਦੀ ਹੁੰਦੀ ਹੈ। ਫਾਸੀ ਟੀਕਾ ਇੱਕ ਗਲਘੋਟੂ ਦਾ ਲੱਗਦਾ ਤੇ ਇੱਕ ਮੋਕੜ ਦਾ। ਅਹਿਮ 2 ਬਿਮਾਰੀਆਂ ਹਨ। ਤੇ 6 ਮਹੀਨਿਆਂ ਬਾਅਦ ਲੱਗਦਾ? ਹਾਂ, ਮੈਂ 6 ਮਹੀਨਿਆਂ ਬਾਅਦ ਸੂਲ ਅਸੀਂ ਤੇ ਸਾਲ ਬਾਅਦ ਹੀ ਲਵਾਉਣੇ, ਲੇਕਿਨ 6 ਮਹੀਨਿਆਂ ਬਾਅਦ ਲਵਾਉਣਾ ਚਾਹੀਦਾ। ਸਹੀ ਹੋ ਗਿਆ। ਇਹਦੇ ਨਾਲ ਫਿਰ ਡੰਗਰ ਜਿਹੜਾ ਨੁਕਸਾਨ ਨਹੀਂ ਕੋਈ ਹੁੰਦਾ। ਅੱਜ ਕੱਲ ਮੱਖੀ ਤੇ ਮੱਛਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹ ਡੰਗਰਾਂ ਨੂੰ ਨੁਕਸਾਨ ਵੀ ਕਰ ਜਾਂਦਾ, ਦੁੱਧ ਵੀ ਘਟਾਈ ਜਾਂਦੇ ਨੇ, ਬਿਮਾਰ ਵੀ ਕਰ ਜਾਂਦੇ ਨੇ। ਹਾਂਜੀ, ਉਹਦੇ ਬਚਾਓ ਵਾਸਤੇ ਤੁਸੀਂ ਕੀ ਕਰਦੇ ਹੋ? ਇਹ ਸਪਰੇਅ ਕਰਨੇ ਆ ਮੱਖੀ। ਠੀਕ ਹੈ। ਕਿਹੜੀ ਸਪਰੇਅ? ਇਹ ਵਾਲੀ ਮੱਖੀ ਮੱਛਰ ਦੀ। ਹਾਂਜੀ, ਇਹ ਵਾਲੀ ਸਪਰੇਅ ਕੀਤੀ ਹੈ? ਆ ਕੋਈ ਵੀ ਕਰ ਲੋ। ਇਹ ਤੇ ਚਲੋ ਮੈਂ ਲਿਆਂਦੀ ਸੀ, ਟੋਕੇ ਲਈ ਲਿਆਂਦੀ ਸੀ। ਇਹ ਪਹਿਲੀ ਜੀ ਕੀਤੀ ਹੈ, ਟੋਕੇ ਦੀ ਹੈ, ਲੂੜੀ ਦੀ ਹੈ। ਠੀਕ ਹੈ। ਇਹਦੇ ਨਾਲ ਵੀ ਹਰ ਚੀਜ਼ ਮਰ ਜਾਂਦੀਆਂ, ਕਿੜਲੀਆਂ ਕੁੜਲੀਆਂ ਜਿਹੜੀਆਂ ਠੀਕ ਹੋ ਗਿਆ। ਕੀੜੇ ਨਾ ਛੋਟੇ ਆ ਮਰ ਜਾਂਦੇ। ਤੇ ਇਹ ਅਗਰ ਇਹਦੀ ਸਪਰੇਅ ਕੀਤੀ ਜਾਏ ਤੇ ਕਿੰਨੀ ਜਗ੍ਹਾ 'ਚ ਕਿੰਨੀ ਸਪਰੇਅ ਜਿਹੜੀ ਵਾਰਾ ਖਾਈ ਜਾਂਦੀ ਹੈ? ਆ ਤਕਰੀਬਨ ਇੱਕ ਬੋਤਲ ਲਿਆਂਦੀ ਹੈ ਤੇ ਸਾਰੇ ਢੇਰੇ 'ਚ ਹੋਊਗੀ। ਸਾਰੇ ਡੇਰੇ ਤੇ ਮਤਲਬ ਤੁਹਾਡੀਆਂ 2 ਬੋਤਲ ਤੁਹਾਡੀਆਂ ਹੋ ਗਈਆਂ? ਹਾਂਜੀ, ਸਾਰੇ ਢੇਰੇ। ਤੇ ਇਹਦਾ ਕੋਈ ਅਸਰ ਵੀ ਹੋਇਆ, ਫਰਕ ਵੀ ਪਿਆ? ਸਾਰੇ ਮੱਖੀ ਖਤਮ ਹੋ ਗਈ ਹੈ, ਮੱਛਰ ਵੀ ਖਤਮ ਹੋ ਗਏ। ਸਹੀ ਹੋ ਗਿਆ। ਤੇ ਇਹ ਕਿੰਨੀ ਦੇਰ ਤੱਕ ਅਸਰ ਇਹਦਾ ਕਰਦੀ ਰਹਿੰਦੀ ਹੈ? ਅਸਰ ਆਈ ਹੈ ਇਹਨਾਂ ਦਿਨਾਂ 'ਚ ਹੀ ਹੁੰਦੀ ਤੇ ਇਹਨਾਂ ਦਿਨਾਂ 'ਚ 2 ਵਾਰੀ ਸਪਰੇਅ ਕਰਾ ਦਿਓ। ਇੱਕ ਇਸ ਮਹੀਨੇ ਕਰਾ ਦਿਓ, ਇੱਕ ਅਗਲੇ ਕਰਾ ਗਊਂ ਜੀ ਠੀਕ ਹੋ ਜਾਂਦਾ। ਸਹੀ ਹੋ ਗਿਆ। ਮੈਂ 2-3 ਮਹੀਨੇ ਹੁੰਦੀ ਮੱਖੀ ਤੇ 2-3 ਮਹੀਨੇ ਕਰਾ ਦਿੰਦੇ ਆ। ਸਿਆਲ ਦੀ ਜ਼ਰੂਰਤ ਨਹੀਂ ਪੈਂਦੀ। ਯਾਨੀ ਅਗਰ ਬਹੁਤੀ ਹੋਏ ਤੇ ਫਿਰ ਅਗਰ ਮਹੀਨੇ ਬਾਅਦ ਵੀ ਕਰਾ ਲਈ ਜਾਏ ਤੇ 3 ਆ ਸਰ ਉਹ ਤੇ ਆਪਣੀ ਗੁੰਜਾਇਸ਼ ਹੈ, ਤੁਸੀਂ ਭਾਵੇਂ ਮਹੀਨੇ ਬਾਅਦ ਕਰਾ ਲਓ। ਸਹੀ ਹੈ। ਤੇ ਇਹਦੇ ਉਸਲੇ ਕਰਾਉਂਦੇ ਆ ਜਿਲੇ ਬਹੁਤ ਜ਼ਿਆਦਾ ਹੋ ਜਾਂਦੀ ਫਿਰ ਕਰਾਈ ਦੀ। 2 ਸਪਰੇਅ ਕਾਫੀ ਹੁੰਦੀ ਆ 2 ਸਪਰੇਆਂ ਭਰੀ ਜਾਂਦੀ। ਸਹੀ ਹੈ। ਤੁਸੀਂ 20 ਸਾਲਾਂ ਵਿੱਚ ਸਭ ਤੋਂ ਅੱਛਾ ਵੰਡਾ ਕਿਹੜਾ ਪਾਇਆ, ਜਿਹੜਾ ਵੰਡਾ ਬਿਹਤਰੀਨ ਹੋਏ, ਜਿਹੜਾ ਜਾਨਵਰ ਦੀ ਗ਼ਜ਼ਾਈ ਜ਼ਰੂਰਤ ਵੀ ਪੂਰੀ ਕਰੇ ਔਰ ਜਾਨਵਰ ਦਾ ਦੁੱਧ ਵੀ ਵਧਾਏ ਔਰ ਜਾਨਵਰ ਸਿਹਤਮੰਦ ਵੀ ਰਹੇ? ਵੰਡਾ ਤੇ ਚੰਗਾ ਜੀ, ਫਿਰ ਉਹ ਤੇ ਉਸ ਮੌਸਮ ਦੇ ਹਿਸਾਬ ਨਾਲ ਹੀ ਪੈਂਦਾ ਹੈ ਜੀ। ਮੈਂ ਜਿਹੜੇ ਗੱਲ ਕੋੜਾ ਅਸੀਂ ਤੇ ਪਾਉਂਦੇ ਜੀ ਅੱਜ ਕੱਲ੍ਹ ਕੋੜੀ ਕੱਲ ਸੂੜੀ ਚੋਕਰ ਅੱਛਾ। ਤੇ ਕਰਾ। ਠੀਕ ਹੈ। ਇਹ ਚਾਰੇ ਚੀਜ਼ਾਂ ਮਿਕਸ ਕਰਕੇ ਪਾਉਂਦੇ ਆ ਅੱਜ ਕੱਲ੍ਹ ਤੇ ਵੰਡਾ ਤੇ ਆਪਣੇ ਹਿਸਾਬ ਨਾਲ ਕੋਈ ਦਲੀਆ ਪਾਉਂਦਾ ਹੈ, ਕਣਕ ਦਾ ਦਿਲਾਗ ਵਿੱਚ ਜੋਹਾਂ ਪਾਉਂਦਾ ਹੈ। ਉਹ ਆਪਣੀ ਗੁੰਜਾਇਸ਼ ਪੁੱਜ ਦੀ ਗੱਲ ਹੈ, ਜਿੰਨਾ ਚੰਗਾ ਪਾ ਲੈਣਾ ਉਹ ਆਪਣੀ ਪੁੱਜ ਦੀ ਗੱਲ ਹੈ। ਤੇ ਤੁਹਾਡੀ ਨਜ਼ਰ ਦੇ ਵਿੱਚ ਸਭ ਤੋਂ ਬੈਸਟ ਵੰਡਾ ਜਿਹੜਾ ਵੀ ਉਹ ਇਹੀ ਹੈ ਕਿ ਸੋੜੀ ਜਿਹੜਾ ਤੁਸੀਂ ਪਾ ਰਹੇ ਹੋ? ਸੋੜੀ ਅੱਜ ਕੱਲ੍ਹ ਗਰਮ ਨਹੀਂ ਲੱਗਦੀ ਇਹਨਾਂ ਨੂੰ? ਨਹੀਂ, ਗਰਮ ਲੱਗੇ ਤਾਂ ਡੰਗਰ ਦੁੱਧ ਦਿੰਦਾ। ਡੰਗਰ ਗਰਮ ਹੋਏ ਦੁੱਧ ਦਿੰਦਾ, ਠੰਡਾ ਹੋਏ ਤਾਂ ਦੁੱਧ ਨਹੀਂ ਗੇੜਦਾ। ਅੱਛਾ, ਸਹੀ ਹੋ ਗਿਆ। ਤੇ ਉਹ ਸੂੜੀ ਜਿਹੜੀ ਹੈ ਉਹਦੀ ਮਿਕਦਾਰ ਜਾਂ ਕਰੇ ਦੀ ਜਾਂ ਦੂਸਰਾ ਜਦੋਂ ਹਮ ਦੱਸੀਆਂ ਨੇ, ਇੱਕ ਵਾਰੀ ਫੇਰ ਦੱਸਿਓ ਉਹਨਾਂ ਦੀ ਮਿਕਦਾਰ ਵੀ ਦੱਸਿਓ। ਇੱਕ ਮੱਝ ਵਾਸਤੇ ਕਿੰਨਾ ਸਾਰੀ ਚੀਜ਼ਾਂ ਪਾਈਏ? ਇਹ ਤਾਂ ਮਤਲਬ ਤੁਸੀਂ ਮਹੀਨੇ ਦਾ ਲਿਆਣਾ ਨਾ, ਉਸ ਹਿਸਾਬ ਨਾਲ ਬੰਦਾ ਦੇ ਲੈਂਦਾ ਕਿ ਵੀ ਮੈਂ ਰੋਜ਼ ਦਾ 200 ਦਾ ਪਾਣਾ ਜਾਂ 300 ਦਾ ਪਾਣਾ, ਇੰਨੇ ਥੋੜੇ ਮਹੀਨੇ 'ਚ ਪਾਣਾ। ਸਹੀ ਹੈ। ਉਹ ਲਿਆ ਕੇ ਮਿਕਸ ਕਰ ਲਓ। ਅਸੀਂ ਤਾਂ ਇਕੱਠੇ ਲੈਂਦੇ ਹਾਂ, ਕੋਈ 10 ਚੋਕੜ ਲੈਂਦੇ ਹਾਂ, ਕੋਈ 5 ਸੂੜੀ ਦੇ, 5 ਕੜੇ ਦੇ, 5 ਵਿੱਚ ਕੋੜੀ ਖਲ, ਇਹ ਮਿਕਸ ਕਰਕੇ ਹੀ ਪਾਣੇ। ਸਹੀ ਹੈ। ਤੇ ਤੁਸੀਂ ਇਕੱਠਾ ਹੀ ਉਹਨਾਂ ਦਾ ਬਣਾ ਲੈਂਦੇ ਹੋ ਸਾਰੇ ਜਾਨਵਰਾਂ ਦਾ? ਆ ਸਾਰੇ ਜਾਨਵਰ। ਬਸ ਫਿਰ ਕਿੰਨਾ ਤੁਸੀਂ ਮਿਕਦਾਰ ਬਣਾ ਲੈਂਦੇ ਹੋ ਅੱਜ ਕੱਲ੍ਹ? ਵੰਡੇ ਦੀ ਅਸੀਂ ਅੱਜ ਕੱਲ੍ਹ
ਮਨ ਸਵੇਰੇ ਪਾਣੇ ਮਨ ਸ਼ਾਮ ਪਾਣੇ ਠੀਕ ਹੈ, ਇਹਨਾਂ ਸਾਰੇ ਜਾਨਵਰਾਂ ਨੂੰ ਸਾਰੇ ਜਾਨਵਰ ਠੀਕ ਹੋ ਗਿਆ। ਤੇ ਉਹਦੇ ਨਾਲ ਦੁੱਧ ਜਿਹੜਾ ਵੀ ਉਹ ਬਿਹਤਰ ਰਹਿੰਦਾ। ਦੁੱਧ ਬਿਹਤਰ ਰਹਿੰਦਾ। ਇੱਕ ਬੜਾ ਅਹਿਮ ਸਵਾਲ ਹੈ, ਉਹ ਜ਼ਰਾ ਜ਼ਿੰਮੇਵਾਰੀ ਨਾਲ ਜਵਾਬ ਦੇਣਾ ਦੇ ਕਿ ਅਗਰ ਅਸੀਂ ਵੱਡਾ ਵਧਾ ਲੈਂਦੇ ਹਾਂ, ਇੱਕ ਮੱਝ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਵੱਡਾ ਪਹੁੰਚਾ ਸਕਦੀ ਹੈ? ਮੱਝ ਦੇ ਵੰਡੇ ਜਿਹੜੀ ਲੈਰੀ ਮੱਝ ਨਾ ਉਹ ਤਾਂ ਪਹੁੰਚਾਉਂਦੀ ਵੰਡਾ। ਇੱਕ ਮੱਝ ਨੂੰ ਜੇ ਵੰਡਾ ਪਾਣਾ ਹੈ ਤੇ ਵੰਡਾ ਜਿਹੜਾ ਨਾ 8 ਕਿਲੋ 4 ਕਿਲੋ ਟਾਈਮ ਦਾ ਵੰਡਾ ਜੀ। ਜਿਹੜੀ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ ਅੱਧਾ ਕਿਲੋ ਤੂੜੀ ਦੀ ਸਵੇਰੇ ਅੱਧਾ ਕਿਲੋ ਸ਼ਾਮ ਬਸ। ਠੀਕ ਹੈ। 8 ਕਿਲੋ ਵੰਡਾ ਹੈ ਤੇ ਡੰਗਰ ਦਾ ਦਿਨ ਆਰਾਮ ਨਾਲ ਦੁੱਧ ਵੀ ਦਿੰਦਾ। ਅਗਰ ਕੁਝ ਲੋਕ ਜਿਹੜੇ ਨੇ ਉਹ ਵੰਡਾ ਘੱਟ ਪਾਉਂਦੇ ਨੇ, ਤੁਸੀਂ ਇਹ ਗੱਲ ਬੜੇ ਸੋਚ ਕੇ ਤੇ ਫਿਰ ਦੱਸਣੀ ਹੈ। ਅਗਰ ਵੰਡਾ ਵਧਾ ਲਿਆ ਜਾਏ, ਵੰਡੇ ਦੀ ਮਿਕਦਾਰ ਵਧਾ ਲਈ ਜਾਏ, ਤੇ ਉਹ ਜਾਨਵਰ ਆਪਣੇ ਵੰਡੇ ਦੇ ਪੈਸੇ ਪੂਰੇ ਕਰ ਛੱਡਦਾ ਦੁੱਧ ਦੇਣ ਵਾਲਾ ਜਿਹੜਾ। ਤੇ ਕੁਝ ਲੋਕ ਕਹਿੰਦੇ ਨੇ ਕਿ ਵੰਡਾ ਘੱਟ ਅਸੀਂ ਐਸਾ ਪਾਉਂਦੇ ਕਿ ਸਾਡੀ ਪੁੱਜ ਨਹੀਂ ਹੁੰਦੀ, ਲੇਕਿਨ ਅਗਰ ਉਹਨੂੰ ਜ਼ਿਆਦਾ ਵੰਡਾ ਪਾਉਣ ਤੇ ਜ਼ਾਹਿਰ ਡੰਗਰ ਦੁੱਧ ਵੀ ਜ਼ਿਆਦਾ ਦੇਗਾ। ਦੁੱਧ ਜ਼ਿਆਦਾ ਦਿੰਦਾ ਡੰਗਰ। ਤੇ ਉਹ ਨੁਕਸਾਨ 'ਚ ਤਾਂ ਨਹੀਂ ਜਾਂਦਾ? ਨਹੀਂ ਨੁਕਸਾਨ ਨੂੰ ਖਾਣ ਵਾਲਾ ਡੰਗਰ ਉਹਨੂੰ ਫਿਰ ਉਸ ਹਿਸਾਬ ਨਾਲ ਪਾਉਣਾ। ਜੇ ਤੇ ਜਿਹੜਾ ਲੈਣਾ ਦੁੱਧ ਅਸੀਂ ਤਾਂ ਪਾਉਂਦੇ ਜਿਹੜੇ ਦੁੱਧ ਜਿਸ ਹਿਸਾਬ ਨਾਲ ਡੰਗਰ ਦਿੰਦਾ ਉਸ ਹਿਸਾਬ ਨਾਲ ਪਾਉਣਾ ਭਾਈ। ਜ਼ਬਰਦਸਤ, ਬਿਲਕੁਲ ਸਹੀ ਹੈ। ਯਾਨੀ ਤੁਸੀਂ ਇਹ ਸਮਝਦੇ ਹੋ ਕਿ ਅਗਰ ਅਸੀਂ ਇਹਨੂੰ ਜ਼ਿਆਦਾ ਵੰਡਾ ਪਾਵਾਂਗੇ ਤੇ ਜ਼ਿਆਦਾ ਦੁੱਧ ਦੇਗਾ, ਹਾਂਜੀ, ਔਰ ਇਹਨੂੰ ਅਗਰ ਘੱਟ ਪਾਵਾਂਗੇ ਤੇ ਇਹਦਾ ਉਨਾ ਹੀ ਦੁੱਧ ਆਣਾ। ਆਦਾ ਹੁੰਦਾ ਹੀ ਆਣਾ। ਤੁਸੀਂ ਫਿਰ ਉਹ ਡੰਗਰ ਦੇ ਹਿਸਾਬ ਨਾਲ ਦੁੱਧ ਡੰਗਰ ਦੇ ਹਿਸਾਬ ਨਾਲ ਮੁੰਡਾ ਪਾ। ਜ਼ਬਰਦਸਤ, ਬਿਲਕੁਲ ਸਹੀ ਹੋ ਗਿਆ। ਠੀਕ ਹੈ। ਅੱਛਾ ਭਾਈ ਗੁਲਾਮ ਮੁਸ਼ਤਫਾ, ਕੁਝ ਤੁਹਾਡੇ ਡੰਗਰ ਮੈਨੂੰ ਲਿੱਸੇ ਨਜ਼ਰ ਆਏ ਨੇ। ਉਹ ਨਵੀਆਂ ਲੈਂਦੀਆਂ ਅਸੀਂ ਵੇਚਣ ਦਾ ਵਪਾਰ ਦਾ ਕੰਮ ਕਰਦੇ ਨਾਲ ਵਪਾਰ ਦਾ ਵੀ ਕੰਮ ਕਰਦੇ ਹੋ? ਮਾਸ਼ਾਅੱਲਾ, ਕੀ ਬਾਤ ਹੈ। ਤੇ ਅਗਰ ਕੋਈ ਬੰਦਾ ਮੱਝਾਂ ਲੈਣਾ ਚਾਹੇ ਤੁਹਾਡਾ ਰਾਬਤਾ ਕਰ ਸਕਦਾ ਹੈ? ਕਰ ਸਕਦਾ। ਨੰਬਰ ਆਪਣਾ ਦੱਸਿਓ। 0342 0342 67 67 97 97 828।